ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਇੰਜਨ ਫੇਲ ਹੋਣ ਕਾਰਨ ਮਰੀਨ ਵੈਟਰਨ ਨੇ ਉੱਤਰੀ ਕੈਰੋਲੀਨਾ ਹਾਈਵੇ ਤੇ ਕੀਤੀ ਐਮਰਜੈਂਸੀ ਲੈਂਡਿੰਗ। ਅਮਰੀਕਾ ਵਿੱਚ ਮਰੀਜ਼ਾਂ ਨਾਲ ਧੋਖਾਧੜੀ ਤਹਿਤ ਭਾਰਤੀ ਮੂਲ ਦਾ ਵਿਅਕਤੀ ਦੋਸ਼ੀ ਕਰਾਰ। ਨਰਸਿੰਗ ਹੋਮ ਤੇ ਹਮਲੇ ਲਈ ਰੂਸ ਨਾਲ ਯੂਕਰੇਨ ਵੀ ਜ਼ਿੰਮੇਵਾਰ। ਕੈਨੇਡਾ ਵਿੱਚ ਰੋਜ਼ਰਜ਼ ਆਊਟੇਜ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ। ਕੈਂਸਰ ਖਿਲਾਫ ਜੰਗ ਜਿੱਤਣ ਵਾਲੇ ਅਵਤਾਰ ਸਿੰਘ ਦਾ ਟੈਰੀ ਫੌਕਸ ਦੀ ਯਾਦ ਵਿੱਚ ਸ਼ਲਾਘਾਯੋਗ ਉਪਰਾਲਾ। ਨਿਊਜ਼ੀਲੈਂਡ ਵਿੱਚ ਕਰੋਨਾ ਦੇ 9300 ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ। ਹੁਣ ਖਬਰਾਂ ਦਾ ਵਿਸਥਾਰ। ਉੱਤਰੀ ਕੈਰੋਲੀਨਾ ਵਿੱਚ ਉਡਾਨ ਭਰਨ ਵਾਲੇ ਇੱਕ ਪਾਇਲਟ ਨੇ ਇੱਕ ਹਾਈਵੇ ਤੇ ਸਾਹਸੀ ਸਫਲਤਾਪੂਰਵਕ ਐਮਰਜੈਂਸੀ ਲੈਂਡਿੰਗ ਕੀਤੀ ਤੇ ਆਖਿਰਕਾਰ ਇੱਕ ਫੁੱਲ ਸਟਾਪ ਤੇ ਆ ਗਿਆ। ਇਹ ਹੈਰਾਨੀਜਨਕ ਵੀਡੀਓ ਪਾਇਲਟ ਦੇ GoPro ਕੈਮਰੇ ਵਿੱਚ ਕੈਦ ਹੋ ਗਈ। 3 ਜੁਲਾਈ ਨੂੰ ਫਲੋਰੀਡਾ ਨਿਵਾਸੀ ਵਿਨਸੈਂਟ ਫਰੇਜ਼ਰ ਨੇ ਸਵਾਈਨ ਕਾਉਂਟੀ ਵਿੱਚ ਫੋਂਟਾਨਾ ਝੀਲ ਦੇ ਨੇੜੇ ਇੱਕ ਸੰਪਤੀ ਛੱਡ ਦਿੱਤੀ। ਫਰੇਜ਼ਰ ਆਪਣੇ ਸਹੁਰੇ ਨਾਲ ਸਿੰਗਲ ਇੰਜਨ ਵਾਲਾ ਜਹਾਜ਼ ਉਡਾ ਰਿਹਾ ਸੀ ਜਦੋਂ ਇੰਜਨ ਫੇਲ ਹੋ ਗਿਆ। ਫਰੇਜ਼ਰ ਦਾ ਇੱਕੋ ਇੱਕ ਵਿਕਲਪ ਸੀ ਕਿ ਉਹ USA ਰੂਟ 19 ਤੇ ਉਤਰਨ ਦੀ ਕੋਸ਼ਿਸ਼ ਕਰੇ। ਮੈਂ ਆਪਣੀ ਚੈੱਕ ਲਿਸਟ 'ਚੋਂ ਲੰਘਣਾ ਸ਼ੁਰੂ ਕਰ ਦਿੱਤਾ ਤੇ ਮੈਂ ਜਹਾਜ਼ ਨੂੰ ਮੁੜ ਚਾਲੂ ਕਰਨ ਅਤੇ ਥੋੜੇ ਸਮੇਂ ਲਈ ਉਡਾਨ ਭਰਨ ਦੇ ਯੋਗ ਸੀ, ਪਰ ਉਹ ਸਿਰਫ 3 ਤੋਂ 5 ਸੈਕਿੰਡ ਲਈ ਉਡਾਨ ਭਰਦਾ ਸੀ ਅਤੇ ਫਿਰ ਉਹ ਵਾਪਸ ਹੇਠਾਂ ਆ ਜਾਂਦੀ ਤੇ ਫਿਰ ਅੰਦਰ ਡੁੱਬਣ ਲੱਗਦਾ। ਫਰੇਜ਼ਰ ਨੇ ਨਿਊਜ਼ 13 ਨੂੰ ਯਾਦ ਕੀਤਾ। ਉਸਨੇ ਕਿਹਾ, ਰੱਬ ਦੀ ਕਿਰਪਾ ਨਾਲ ਮੈਂ ਆਪਣੇ ਖੱਬੇ ਪਾਸੇ ਦੇਖਿਆ ਅਤੇ ਤੁਸੀਂ ਇਸ ਨੂੰ ਪਹਿਲਾਂ ਨਹੀਂ ਦੇਖਿਆ ਕਿਉਂਕਿ ਤੁਸੀਂ ਜਾਣਦੇ ਹੋ ਇਹ ਸਿਰਫ ਸਾਰੀਆਂ ਘਾਟੀਆਂ ਅਤੇ ਪਹਾੜ ਹਨ, ਪਰ ਇੱਕ ਸੜਕ ਹੈ। ਉਹ ਸੜਕ ਕਿ ਮੈਂ ਉੱਥੇ ਹੀ ਉਤਰਿਆ, ਪੂਰੀ ਤਰ੍ਹਾਂ ਕਤਾਰਬੱਧ। ਸਵੈਨ ਕਾਉਂਟੀ ਸ਼ੈਰਿਫ ਕਰਟਿਸ ਕੋਚਰਨ ਨੇ ਪਾਇਲਟ ਦੀ ਸ਼ਾਨਦਾਰ ਲੈਂਡਿੰਗ ਦੀ ਪ੍ਰਸ਼ੰਸਾ ਕੀਤੀ। ਇਹ ਦੇਖਿਆ ਕਿ ਕਿਵੇਂ ਫਰੇਜ਼ਰ ਪਾਵਰ ਲਾਈਨਾਂ ਦੇ ਆਲੇ ਦੁਆਲੇ ਜਹਾਜ਼ ਘੁਮਾਉਣ ਦੇ ਯੋਗ ਸੀ। ਅਮਰੀਕਾ ਵਿੱਚ ਮਰੀਜ਼ਾਂ ਨਾਲ ਧੋਖਾਧੜੀ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਅਦਾਲਤ ਨੇ ਦੋਸ਼ੀ ਪਾਇਆ। ਸਸਤੀ ਅਤੇ ਸਟੀਕ ਖੂਨ ਜਾਂਚ ਦਾ ਦਾਅਵਾ ਕਰਨ ਵਾਲੀ ਹੈਲਥ ਕੇਅਰ ਕੰਪਨੀ ਥੇਰਾਨੋਸ ਦੀ ਸੰਸਥਾਪਕ ਅਤੇ CEO ਐਲਿਜ਼ਾਬੈਥ ਹੋਮੇਜ਼ ਦੀ ਸਾਬਕਾ ਕਾਰੋਬਾਰੀ ਸਾਂਝੀਦਾਰ ਅਤੇ ਉਹਨਾਂ ਦੇ ਬॉयਫ੍ਰੈਂਡ ਰਮੇਸ਼ ਬਾਲਵਾਨੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਜਿਊਰੀ ਨੇ ਕੰਪਨੀ ਦੇ ਸਾਬਕਾ CEO ਰਮੇਸ਼ ਬਾਲਵਾਨੀ ਨੂੰ ਤਕਰੀਬਨ 12 ਕੇਸਾਂ ਵਿੱਚ ਦੋਸ਼ੀ ਪਾਇਆ ਅਤੇ ਹਰ ਦੋਸ਼ ਲਈ ਉਸ ਨੂੰ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਐਲਿਜ਼ਾਬੈਥ ਹੋਮੇਜ਼ ਨੂੰ ਨਿਵੇਸ਼ਕਾਂ ਨਾਲ ਧੋਖਾਧੜੀ ਦਾ ਪਹਿਲਾਂ ਹੀ ਦੋਸ਼ੀ ਪਾਇਆ ਜਾ ਚੁੱਕਾ ਹੈ। ਐਲਿਜ਼ਾਬੈਥ ਨੇ ਸੰਨ 2003 ਵਿੱਚ ਥੋਰਾਨੋਸ ਦੀ ਸਥਾਪਨਾ ਕੀਤੀ। 2015 ਵਿੱਚ ਵਾਲ ਸਟਰੀਟ ਜਰਨਲ ਨੇ ਥੋਰਾਨੋਸ ਤਕਨੀਕ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ ਸੀ। ਅਮਰੀਕੀ ਨਿਆਂ ਵਿਭਾਗ ਮੁਤਾਬਿਕ ਐਲਿਜ਼ਾਬੈਥ ਅਤੇ ਬਾਲਵਾਨੀ ਨੇ ਇਸ਼ਤਿਹਾਰ ਅਤੇ ਲਾਲਚ ਦੇ ਕੇ ਡਾਕਟਰਾਂ ਤੇ ਰੋਗੀਆਂ ਨੂੰ ਥੋਰਾਨੋਸ ਖੂਨ ਜਾਂਚ ਲੈਬੋਰੇਟਰੀਜ਼ ਦੀਆਂ ਸੇਵਾਵਾਂ ਨੂੰ ਵਰਤਣ ਲਈ ਉਤਸ਼ਾਹਿਤ ਕੀਤਾ ਸੀ, ਇਹ ਜਾਣਦੇ ਹੋਏ ਵੀ ਕਿ ਥੋਰਾਨੋਸ ਤਕਨੀਕ ਕੁਝ ਖੂਨ ਜਾਂਚ ਲਈ ਭਰੋਸੇਮੰਦ ਅਤੇ ਸਟੀਕ ਨਤੀਜੇ ਨਹੀਂ ਦਿੰਦੀ। ਦੋਵਾਂ ਨੇ ਸਟੀਕ ਜਾਂਚ ਅਤੇ ਸਸਤੇ ਨਤੀਜੇ ਦੇਣ ਦਾ ਦਾਅਵਾ ਕਰਕੇ ਡਾਕਟਰਾਂ ਤੇ ਮਰੀਜ਼ਾਂ ਨਾਲ ਧੋਖਾ ਕੀਤਾ ਸੀ। ਰੂਸ ਵੱਲੋਂ ਫਰਵਰੀ ਦੇ ਆਖਿਰ ਵਿੱਚ ਯੂਕਰੇਨ ਤੇ ਹਮਲੇ ਕੀਤੇ ਜਾਣ ਦੇ ਕਰੀਬ 2 ਹਫ਼ਤੇ ਬਾਅਦ ਕ੍ਰੈਮਲਿਨ ਸਮਰਪਿਤ ਵਿਦਰੋਹੀਆਂ ਨੇ ਪੂਰਬੀ ਲੁਹਾਂਸਕ ਖੇਤਰ ਦੇ ਇੱਕ ਨਰਸਿੰਗ ਹੋਮ ਤੇ ਹਮਲਾ ਕੀਤਾ ਸੀ। ਸੰਯੁਕਤ ਰਾਸ਼ਟਰ ਨੇ ਇਸ ਹਮਲੇ ਲਈ ਰੂਸ ਦੇ ਨਾਲ-ਨਾਲ ਯੂਕਰੇਨ ਨੂੰ ਵੀ ਸਮਾਨ ਰੂਪ ਨਾਲ ਜ਼ਿੰਮੇਵਾਰ ਠਹਿਰਾਇਆ ਹੈ। ਇਸ ਹਮਲੇ ਕਾਰਨ ਕਈ ਮਰੀਜ਼ ਬਿਨਾਂ ਬਿਜਲੀ ਪਾਣੀ ਦੇ ਨਰਸਿੰਗ ਹੋਮ ਦੀ ਇਮਾਰਤ ਵਿੱਚ ਫਸ ਗਏ ਸਨ। ਜ਼ਿਕਰਯੋਗ ਹੈ ਕਿ 11 ਮਾਰਚ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਤੋਂ 580 ਕਿਲੋਮੀਟਰ ਦੱਖਣੀ ਪੂਰਬ ਦੇ ਪਿੰਡ ਸਟਾਰਾ ਕ੍ਰਾਸਨਯਾਂਕਾ ਸਥਿਤ ਹੋਮ ਤੇ ਹਮਲਾ ਕੀਤਾ ਗਿਆ ਸੀ। ਯੂਕਰੇਨ ਦੇ ਅਧਿਕਾਰੀਆਂ ਨੇ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ ਸੰਯੁਕਤ ਰਾਸ਼ਟਰ ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਮਲੇ ਲਈ ਯੂਕਰੇਨ ਦੀਆਂ ਹਥਿਆਰਬੰਦ ਸੈਨਾਵਾਂ ਸਮਾਨ ਰੂਪ ਨਾਲ ਜ਼ਿੰਮੇਵਾਰ ਹਨ ਕਿਉਂਕਿ ਹਮਲੇ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੇ ਨਰਸਿੰਗ ਹੋਮ ਦੀ ਇਮਾਰਤ ਦੇ ਅੰਦਰ ਤੋਂ ਮੋਰਚਾ ਸੰਭਾਲਿਆ ਸੀ, ਜਿਸ ਨੇ ਇਮਾਰਤ ਨੂੰ ਦੁਸ਼ਮਣ ਸੈਨਾ ਦੇ ਨਿਸ਼ਾਨੇ ਤੇ ਲਿਆਉਣ ਦਾ ਕੰਮ ਕੀਤਾ। ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਨਰਸਿੰਗ ਹੋਮ ਵਿੱਚ ਮੌਜੂਦ 71 ਮਰੀਜ਼ਾਂ ਚੋਂ ਘੱਟੋ-ਘੱਟ 22 ਬਚਣ ਵਿੱਚ ਸਫਲ ਰਹੇ, ਪਰ ਮ੍ਰਿਤਕਾਂ ਦੀ ਅਸਲ ਗਿਣਤੀ ਅਜੇ ਵੀ ਪਤਾ ਨਹੀਂ ਹੈ। ਰੋਜ਼ਰਜ਼ ਆਊਟੇਜ ਕੈਨੇਡਾ ਭਰ ਵਿੱਚ ਸ਼ੁੱਕਰਵਾਰ ਨੂੰ ਉਪਭੋਗਤਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਜਿਸ ਨਾਲ ਸੈਲੂਲਰ ਅਤੇ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ਰੋਜਰਸ ਨੇ ਸਵੇਰੇ 9 ਵਜੇ ਤੋਂ ਠੀਕ ਪਹਿਲਾਂ ਆਪਣੇ ਟਵਿੱਟਰ ਅਕਾਊਂਟ ਤੇ ਲਿਖਿਆ, ਅਸੀਂ ਜਾਣਦੇ ਹਾਂ ਕਿ ਸਾਡੇ ਗਾਹਕਾਂ ਲਈ ਜੁੜੇ ਰਹਿਣਾ ਕਿੰਨਾ ਮਹੱਤਵਪੂਰਨ ਹੈ। ਅਸੀਂ ਵਰਤਮਾਨ ਵਿੱਚ ਸਾਡੇ ਨੈਟਵਰਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਹਾਂ ਅਤੇ ਸਾਡੀਆਂ ਟੀਮਾਂ ਇਸ ਮੁੱਦੇ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਪੂਰੀ ਤਰ੍ਹਾਂ ਨਾਲ ਰੁੱਝੀਆਂ ਹੋਈਆਂ ਹਨ। ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਕਿਉਂਕਿ ਸਾਡੇ ਕੋਲ ਸਾਂਝੀ ਕਰਨ ਲਈ ਹੋਰ ਜਾਣਕਾਰੀ ਹੈ। ਟੈਕ ਸੇਵੀ ਨੇ ਸਵੇਰੇ 8:25 ਤੇ ਨੋਟ ਕੀਤਾ ਕਿ ਆਊਟੇਜ ਸਾਰੇ ਇੰਟਰਨੈਟ ਅਤੇ ਵਾਇਰਲੈਸ ਉਪਭੋਗਤਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਵਰਤਮਾਨ ਵਿੱਚ ਕੋਈ ETA ਨਹੀਂ ਸੀ। ਸੇਵਾਵਾਂ ਦੇ ਪ੍ਰਭਾਵਿਤ ਹੋਣ ਕਾਰਨ ਕੰਪਨੀ ਦੇ ਲੱਖਾਂ ਉਪਭੋਗਤਾ ਪਰੇਸ਼ਾਨ ਹਨ। ਉਪਭੋਗਤਾ ਦੇਸ਼ ਭਰ ਦੇ ਖੇਤਰਾਂ ਤੋਂ ਇੰਟਰਨੈਟ ਦੀ ਵਰਤੋਂ ਕਰਨ, ਫੋਨ ਕਾਲ ਕਰਨ ਅਤੇ ਕੇਬਲ ਟੈਲੀਵਿਜ਼ਨ ਦੀ ਵਰਤੋਂ ਨਾ ਕਰ ਪਾਉਣ ਦੀ ਲਗਾਤਾਰ ਸ਼ਿਕਾਇਤ ਕਰ ਰਹੇ ਹਨ। ਹਾਲਾਂਕਿ ਆਊਟੇਜ ਇੰਨਾ ਵੱਡਾ ਹੈ ਕਿ ਵੱਡੀ ਗਿਣਤੀ 'ਚ ਲੋਕਾਂ ਦੀਆਂ ਸ਼ਿਕਾਇਤਾਂ ਆਉਣ ਕਾਰਨ ਕੰਪਨੀ ਦਾ ਕਸਟਮਰ ਕੇਅਰ ਸਿਸਟਮ ਹੀ ਠੱਪ ਪੈ ਗਿਆ ਹੈ। ਜ਼ਿਆਦਾਤਰ ਆਊਟੇਜ ਦੀਆਂ ਸ਼ਿਕਾਇਤਾਂ ਦੱਖਣੀ ਓਨਟਾਰੀਓ 'ਚ ਦਰਜ ਕੀਤੀਆਂ ਗਈਆਂ ਨੇ। ਟੋਰਾਂਟੋ ਅਤੇ ਪੀਲ ਪੁਲਿਸ ਸੇਵਾਵਾਂ ਦੋਵਾਂ ਨੇ ਸ਼ੁੱਕਰਵਾਰ ਸਵੇਰੇ ਆਊਟੇਜ ਤੇ ਬਿਆਨ ਦਿੱਤਾ, ਜਿਸ ਵਿੱਚ ਕਿਹਾ ਗਿਆ ਕਿ ਇਸ ਆਊਟੇਜ ਨੇ 911 ਤੇ ਕਾਲ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਬੈਂਕਿੰਗ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ, ਜਿਸ ਦੇ ਨਤੀਜੇ ਵਜੋਂ ਡੈਬਿਟ ਜਾਂ ਕ੍ਰੈਡਿਟ ਤੋਂ ਖਰੀਦਦਾਰੀ ਨਹੀਂ ਹੋ ਪਾ ਰਹੀ। ਤੁਹਾਨੂੰ ਦੱਸ ਦਈਏ ਕਿ ਅਪ੍ਰੈਲ 2021 ਵਿੱਚ ਵੀ ਰੋਜਰਸ ਕਮਿਊਨੀਕੇਸ਼ਨ ਦੇ ਉਪਭੋਗਤਾਵਾਂ ਨੂੰ ਇਸ ਤਰ੍ਹਾਂ ਦੀ ਇੱਕ ਦੇਸ਼ ਵਿਆਪੀ ਆਊਟੇਜ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਵਿੱਚ ਕਈ ਲੋਕ ਕਾਲ ਕਰਨ, ਟੈਕਸਟ ਸੰਦੇਸ਼ ਭੇਜਣ ਜਾਂ ਆਪਣੇ ਇੰਟਰਨੈਟ ਬ੍ਰਾਊਜ਼ਰ ਤੱਕ ਪਹੁੰਚਣ ਵਿੱਚ ਅਸਮਰਥ ਰਹੇ ਸਨ। ਉਸ ਸਮੇਂ ਕੰਪਨੀ ਨੇ ਇਸ ਆਊਟੇਜ ਨੂੰ ਇੱਕ ਸੌਫਟਵੇਅਰ ਸਮੱਸਿਆ ਲਈ ਜ਼ਿੰਮੇਵਾਰ ਠਹਿਰਾਇਆ ਸੀ। ਰੋਜਰਸ ਨੇ ਕਰੀਬ 10 ਮਿਲੀਅਨ ਵਾਇਰਲੈਸ ਸਬਸਕ੍ਰਾਈਬਰ ਅਤੇ 2.25 ਮਿਲੀਅਨ ਰੀਟੇਲ ਇੰਟਰਨੈਟ ਸਬਸਕ੍ਰਾਈਬਰ ਹਨ। ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੂੰ 2 ਵਾਰ ਮਾਤ ਦੇਣ ਵਾਲੇ ਸਰੀ ਨਿਵਾਸੀ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਤੋਂ ਅਰਦਾਸ ਕਰਨ ਉਪਰੰਤ ਕੈਂਸਰ ਖਿਲਾਫ ਜੰਗ ਲਈ ਅਗਲੇ ਪੜਾਅ ਵੱਲ ਨੂੰ ਕਦਮ ਵਧਾ ਦਿੱਤੇ ਹਨ। ਅਵਤਾਰ ਸਿੰਘ 14 ਜੂਨ ਨੂੰ BC ਕੈਂਸਰ ਫਾਊਂਡੇਸ਼ਨ ਲਈ ਕੈਂਸਰ ਦੀ ਜੰਗ ਖਿਲਾਫ ਕੈਨੇਡਾ ਦੇ ਮਹਾਨ ਐਥਲੀਟ, ਮਾਨਵਤਾਵਾਦੀ ਕੈਂਸਰ ਖੋਜ ਕਾਰਕੁਨ ਤੇ ਮਹਾਨ ਹੀਰੋ ਟੈਰੀ ਫੌਕਸ ਦੀ ਯਾਦ ਵਿੱਚ ਈਸਟ ਤੋਂ ਵੈਸਟ ਕੈਨੇਡਾ ਵਾਕ ਸ਼ੁਰੂ ਕਰਕੇ ਸੇਂਟ ਜੌਨ ਲਈ ਫਲਾਈਟ ਲੈ ਕੇ ਰਵਾਨਾ ਹੋਏ ਸਨ। ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਖੁਦ ਕੈਂਸਰ ਪੀੜਿਤ ਸਨ। ਇਸ ਨਾਮੁਰਾਦ ਬਿਮਾਰੀ ਕਾਰਨ ਉਹਨਾਂ ਦੇ ਜੀਵਨ ਵਿੱਚ ਆਈ ਉਥਲ-ਪੁਥਲ ਅਤੇ ਪਰਮਾਤਮਾ ਦੀ ਕਿਰਪਾ ਨਾਲ ਇਸ ਉੱਪਰ ਜਿੱਤ ਪ੍ਰਾਪਤ ਕਰਨ ਉਪਰੰਤ ਕੈਂਸਰ ਦੇ ਇਲਾਜ ਅਤੇ ਖੋਜ ਲਈ ਫੰਡ ਇਕੱਤਰ ਕਰਨ ਦੀ ਮੁਹਿੰਮ ਸ਼ੁਰੂ ਕੀਤੀ। ਅਵਤਾਰ ਸਿੰਘ ਇਸ ਮੁਹਿੰਮ ਤਹਿਤ ਐਕਰੋਸ ਕੈਨੇਡਾ ਵਾਕ ਸੇਂਟ ਜੌਨ, ਨਿਊ ਫਾਊਂਡਲੈਂਡ ਤੋਂ 14 ਜੂਨ ਨੂੰ ਆਰੰਭ ਕਰਕੇ ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ ਕਾਊਬੈਕ ਸਿਟੀ, ਮੌਂਟਰੀਅਲ, ਓਟਾਵਾ, ਬਰੈਂਪਟਨ, ਵਿਨੀਪੌਗ, ਰਾਜ਼ਾਈਨਾ, ਐਡਮਿੰਟਨ, ਕੈਲਗਰੀ ਤੋਂ ਹੁੰਦੇ ਹੋਏ ਵਾਪਸ 5 ਜੁਲਾਈ ਨੂੰ ਸਰੀ ਪੁੱਜੇ। ਉਹ ਬੀਤੇ ਦਿਨ ਐਬਟਸਫੋਰਡ, ਸ਼ਨੀਵਾਰ ਨੂੰ ਸਰੀ ਅਤੇ ਐਤਵਾਰ ਨੂੰ ਰਿਚਮੰਡ, ਵੈਨਕੂਵਰ, ਨਿਊ ਵੈਸਟ ਅਤੇ ਵੈਨਕੂਵਰ ਹੁੰਦੇ ਹੋਏ ਸਾਰੇ ਗੁਰੂ ਘਰਾਂ ਅਤੇ ਮੰਦਰਾਂ ਵਿੱਚ ਹਾਜ਼ਰੀ ਲਵਾਉਂਦੇ ਹੋਏ ਸਟੈਨਲੀ ਪਾਰਕ, ਵੈਨਕੂਵਰ ਵਿਖੇ ਵਾਕ ਸਮਾਪਤ ਕਰਨਗੇ। ਨਿਊਜ਼ੀਲੈਂਡ ਵਿੱਚ ਸ਼ਨੀਵਾਰ ਨੂੰ ਕੋਵਿਡ-19 ਦੇ 9307 ਨਵੇਂ ਕਮਿਊਨਿਟੀ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਸ ਦੀ ਜਾਣਕਾਰੀ ਦਿੱਤੀ। ਨਿਊਜ਼ੀਲੈਂਡ ਵਿੱਚ ਕੋਵਿਡ ਦੇ ਕਮਿਊਨਿਟੀ ਮਾਮਲਿਆਂ ਦੀ 7 ਦਿਨਾਂ ਰੋਲਿੰਗ ਔਸਤ ਸੰਖਿਆ ਵਰਤਮਾਨ ਵਿੱਚ 8690 ਹੈ। ਮੰਤਰਾਲਾ ਨੇ ਦੱਸਿਆ ਕਿ ਇਸ ਸਮੇਂ ਹਸਪਤਾਲ ਵਿੱਚ 570 ਮਰੀਜ਼ ਦਾਖਲ ਹਨ, ਜਿਨ੍ਹਾਂ ਵਿੱਚੋਂ ICU ਵਿੱਚ 7 ਮਾਮਲੇ ਸ਼ਾਮਿਲ ਹਨ। ਇਸ ਦੌਰਾਨ 22 ਹੋਰ ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਗਈ ਹੈ। ਮੰਤਰਾਲਾ ਅਨੁਸਾਰ ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਯਾਤਰਾ ਕਰਕੇ ਸਵਦੇਸ਼ ਪਰਤੇ 251 ਯਾਤਰੀਆਂ ਵਿੱਚ ਵੀ ਕੋਰੋਨਾ ਦੇ ਲੱਛਣ ਪਾਏ ਗਏ ਹਨ। ਨਿਊਜ਼ੀਲੈਂਡ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੋਵਿਡ-19 ਦੇ 14,13,437 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ। ਬ੍ਰਿਟੇਨ ਦੇ ਵਿਰੋਧੀ ਧਿਰ ਦੇ ਨੇਤਾ ਸਰ ਕੀਰ ਸਟਾਰਮਰ ਅਤੇ ਉਹਨਾਂ ਦੇ ਸਹਿਯੋਗੀ ਨੂੰ ਸ਼ੁੱਕਰਵਾਰ ਨੂੰ ਪਿਛਲੇ ਸਾਲ ਅਪ੍ਰੈਲ ਵਿੱਚ ਇੱਕ ਸਭਾ ਵਿੱਚ ਕੋਰੋਨਾ ਲੋਕਡਾਊਨ ਨਿਯਮ ਦੀ ਕਥਿਤ ਉਲੰਘਣਾ ਦੀ ਪੁਲਿਸ ਜਾਂਚ ਵਿੱਚ ਨਿਰਦੋਸ਼ ਪਾਏ ਗਏ ਹਨ। ਇੱਕ ਬੈਠਕ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਦੇ ਕੁਝ ਸਹਿਯੋਗੀਆਂ ਨਾਲ ਬੀਅਰ ਦੀ ਬੋਤਲ ਫੜੇ ਹੋਏ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਖੜੇ ਹੋਏ ਸਵਾਲਾਂ ਦਰਮਿਆਨ ਸਟਾਰਮਰ ਅਤੇ ਐਂਜਲਾ ਰੇਨਰ ਨੇ ਕਾਨੂੰਨ ਤੋੜਨ ਦਾ ਦੋਸ਼ੀ ਪਾਏ ਜਾਣ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਸੰਕਲਪ ਜ਼ਾਹਿਰ ਕੀਤਾ ਸੀ। ਇਹ ਸਭਾ ਨਿਯਮਾਂ ਦੇ ਦਾਇਰੇ ਵਿੱਚ ਹੋਈ ਸੀ ਜਾਂ ਨਹੀਂ, ਇਸ ਗੱਲ ਦੀ ਜਾਂਚ ਕਰਨ ਵਾਲੇ ਡਰਹਮ ਕਾਂਸਟੇਬਲਰੀ ਨੇ ਪਾਇਆ ਕਿ ਕਿਸੇ ਨਿਯਮ ਦੀ ਉਲੰਘਣਾ ਨਹੀਂ ਹੋਈ, ਕਿਉਂਕਿ ਇਹ ਸਭਾ ਪ੍ਰੋਗਰਾਮ ਕਾਰਜ ਬੈਠਕਾਂ ਲਈ ਲਾਕਡਾਊਨ ਨਾ ਪਾਏ ਜਾਣ ਤੋਂ ਬਾਅਦ ਦੋਸ਼ੀ ਤੋਂ ਕਿਸੇ ਤਰ੍ਹਾਂ ਦੇ ਜਵਾਬ ਤਲਬ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸਭਾ ਕੰਮ ਲਈ ਬੈਠਕਾਂ ਤਹਿਤ ਲਾਕਡਾਊਨ ਵਿੱਚ ਮਿਲੀ ਛੋਟ ਦੇ ਦਾਇਰੇ ਵਿੱਚ ਹੋਈ ਸੀ।
ਬਰਤਾਨੀਆ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਾਕ ਨੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਉਹਨਾਂ ਸੋਸ਼ਲ ਮੀਡੀਆ ਤੇ ਇਸ ਦਾਅਵੇਦਾਰੀ ਦਾ ਐਲਾਨ ਕੀਤਾ। ਰਿਸ਼ੀ ਦੇ ਹੱਕ ਵਿੱਚ ਰੈਡੀ ਫॉर ਰਿਸ਼ੀ ਸਲੋਗਨ ਦੇ ਨਾਲ ਉਹਨਾਂ ਆਪਣਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਚੋਣ ਮੁਹਿੰਮ ਲਈ ਸੋਸ਼ਲ ਮੀਡੀਆ ਤੇ ਰਿਸ਼ੀ ਨੇ ਆਪਣੇ ਪਰਿਵਾਰ ਦੇ ਭਾਰਤ ਤੋਂ ਯੂਕੇ ਤੱਕ ਦੇ ਸਫ਼ਰ ਅਤੇ ਸਿਆਸਤ ਵਿੱਚ ਆਉਣ ਤੱਕ ਦੇ ਸਫ਼ਰ ਨੂੰ ਪੇਸ਼ ਕਰਦਾ ਇੱਕ ਵੀਡੀਓ ਸਾਂਝਾ ਕੀਤਾ। ਉਹਨਾਂ ਕਿਹਾ ਕਿ ਇਹ ਸਾਡਾ ਦੇਸ਼ ਹੈ ਜਿਨ੍ਹਾਂ ਨੇ ਉਹਨਾਂ ਅਤੇ ਉਹਨਾਂ ਦੇ ਲੱਖਾਂ ਲੋਕਾਂ ਨੂੰ ਬਿਹਤਰ ਭਵਿੱਖ ਦਾ ਮੌਕਾ ਦਿੱਤਾ ਹੈ। ਸੁਣਨ ਦਾ ਦਾਅਵਾ ਕੀਤਾ ਹੈ ਕਿ ਬ੍ਰਿਟਾਨੀਆ ਬਹੁਤ ਚੁਣੌਤੀਆਂ ਦਾ ਮੁਕਾਬਲਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਮੇਰੀ ਕਹਾਣੀ ਹੈ ਅਤੇ ਹੁਣ ਤੁਹਾਡੀ ਕਹਾਣੀ ਹੋਵੇਗੀ ਕਿਉਂਕਿ ਪ੍ਰਧਾਨ ਮੰਤਰੀ ਤੁਹਾਡਾ ਹੋਵੇਗਾ। ਜ਼ਿਕਰਯੋਗ ਹੈ ਕਿ ਰਿਸ਼ੀ ਸੁਨਾਕ ਪਹਿਲਾਂ ਵੀ ਇੱਕ ਸਰਵੇਖਣ ਵਿੱਚ ਪ੍ਰਧਾਨ ਮੰਤਰੀ ਅਹੁਦੇ ਲਈ ਲੋਕਾਂ ਦੇ ਸਭ ਤੋਂ ਵੱਧ ਪਸੰਦੀਦਾ ਨੇਤਾ ਰਹਿ ਚੁੱਕੇ ਨੇ। ਇਸ ਦੌੜ ਵਿੱਚ ਸਾਬਕਾ ਬਰਾਬਰਤਾ ਮੰਤਰੀ ਕੇਮੀ ਬੈਡੋਨੋਜ, ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ, ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਪ੍ਰਧਾਨ ਟੌਮ ਤੁਗੇਨਦਾਤ, ਸਾਬਕਾ ਵਿਦੇਸ਼ ਮੰਤਰੀ ਜੇਰਮੀ ਹੰਟ, ਲਿਜ਼ ਟਰਸ, ਸਾਜਿਦ ਜਾਵੇਦ ਅਤੇ ਨਦੀਮ ਜ਼ਾਹਵੀ ਵੱਲੋਂ ਵੀ ਜਲਦੀ ਦਾਅਵੇਦਾਰੀ ਪੇਸ਼ ਕੀਤੇ ਜਾਣ ਦੀਆਂ ਕਿਆਸ ਆਰਾਈਆਂ ਲਗਾਈਆਂ ਜਾ ਰਹੀਆਂ ਨੇ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਭਾਰਤ ਸਮੇਤ 5 ਦੇਸ਼ਾਂ ਵਿੱਚ ਤਾਇਨਾਤ ਯੂਕਰੇਨ ਦੇ ਰਾਜਦੂਤਾਂ ਨੂੰ ਬਰਖਾਸਤ ਕਰ ਦਿੱਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਦੀ ਅਧਿਕਾਰਤ ਵੈਬਸਾਈਟ ਤੇ ਪ੍ਰਕਾਸ਼ਿਤ ਬਿਆਨ ਮੁਤਾਬਕ ਇਹਨਾਂ ਦੇਸ਼ਾਂ ਵਿੱਚ ਜਰਮਨੀ, ਭਾਰਤ, ਚੈਕ ਗਣਰਾਜ, ਨਾਰਵੇ ਅਤੇ ਹੰਗਰੀ ਸ਼ਾਮਿਲ ਹਨ। ਸਭ ਤੋਂ ਵੱਧ ਹੈਰਾਨੀ ਜਰਮਨੀ ਵਿੱਚ ਤਾਇਨਾਤ ਯੂਕਰੇਨ ਦੇ ਸੀਨੀਅਰ ਰਾਜਦੂਤ ਆਂਦਰੇ ਮੇਲਨਿਕ ਦੀ ਬਰਖਾਸਤਗੀ ਹੈ। ਉਹ ਯੂਕਰੇਨ ਤੇ ਰੂਸ ਦੇ ਹਮਲੇ ਨੂੰ ਲੈ ਕੇ ਸਭ ਤੋਂ ਵੱਧ ਬੋਲਿਆ ਸੀ। ਬਿਆਨ ਵਿੱਚ ਇਹਨਾਂ ਰਾਜਦੂਤਾਂ ਨੂੰ ਬਰਖਾਸਤ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਅਜੇ ਇਹ ਸਪਸ਼ਟ ਨਹੀਂ ਕਿ ਇਹਨਾਂ ਡਿਪਲੋਮੈਟਾਂ ਨੂੰ ਕੋਈ ਨਵੀਂ ਜ਼ਿੰਮੇਵਾਰੀ ਦਿੱਤੀ ਜਾਵੇਗੀ ਜਾਂ ਨਹੀਂ। 24 ਫਰਵਰੀ ਤੋਂ ਰੂਸ ਦੇ ਹਮਲੇ ਤੇ ਘੇਰੇ ਵਿੱਚ ਆਏ ਯੂਕਰੇਨ ਨੂੰ ਸਹਾਇਤਾ ਲਈ ਜ਼ੈਲੈਂਸਕੀ ਲਗਾਤਾਰ ਅਪੀਲ ਕਰ ਰਹੇ ਹਨ। ਉਹਨਾਂ ਨੇ ਆਪਣੇ ਦੇਸ਼ ਦੇ ਡਿਪਲੋਮੈਟਾਂ ਨੂੰ ਦੁਨੀਆ ਭਰ ਵਿੱਚ ਯੂਕਰੇਨ ਲਈ ਅੰਤਰਰਾਸ਼ਟਰੀ ਸਮਰਥਨ ਅਤੇ ਫੌਜੀ ਸਹਾਇਤਾ ਜਟਾਉਣ ਦੀ ਵੀ ਅਪੀਲ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਿਸ਼ਨ ਵਿੱਚ ਅਸਫਲ ਰਹਿਣ ਕਾਰਨ ਜ਼ੈਲੈਂਸਕੀ ਨੇ ਆਪਣੇ 5 ਰਾਜਦੂਤਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਹਾਲਾਂਕਿ ਉਹਨਾਂ ਦੀ ਥਾਂ ਤੇ ਅਜੇ ਤੱਕ ਨਵੇਂ ਰਾਜਦੂਤ ਨਿਯੁਕਤ ਨਹੀਂ ਕੀਤੇ ਗਏ ਹਨ। 24 ਫਰਵਰੀ ਤੋਂ ਰੂਸ ਦੇ ਹਮਲੇ ਦੇ ਘੇਰੇ ਵਿੱਚ ਆਏ ਯੂਕਰੇਨ ਨੂੰ ਸਹਾਇਤਾ ਲਈ ਜ਼ੈਲੈਂਸਕੀ ਲਗਾਤਾਰ ਅਪੀਲ ਕਰ ਰਹੇ ਹਨ। ਉਹਨਾਂ ਨੇ ਆਪਣੇ ਦੇਸ਼ ਦੇ ਡਿਪਲੋਮੈਟਾਂ ਨੂੰ ਦੁਨੀਆ ਭਰ ਵਿੱਚ ਯੂਕਰੇਨ ਲਈ ਅੰਤਰਰਾਸ਼ਟਰੀ ਸਮਰਥਨ ਅਤੇ ਫੌਜੀ ਸਹਾਇਤਾ ਜਟਾਉਣ ਦੀ ਵੀ ਅਪੀਲ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਿਸ਼ਨ ਵਿੱਚ ਅਸਫਲ ਰਹਿਣ ਕਾਰਨ ਜ਼ੈਲੈਂਸਕੀ ਨੇ ਆਪਣੇ 5 ਰਾਜਦੂਤਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਰੂਸ ਨਾਲ ਯੁੱਧ ਵਿੱਚ ਯੂਕਰੇਨ ਦੀ ਇੱਛਾ ਭਾਰਤ ਤੋਂ ਹਰ ਸੰਭਵ ਮਦਦ ਲੈਣ ਦੀ ਸੀ, ਪਰ ਭਾਰਤ ਸਰਕਾਰ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਰੂਸ ਦਾ ਵਿਰੋਧ ਕਰਕੇ ਕਿਸੇ ਵੀ ਦੇਸ਼ ਦਾ ਸਮਰਥਨ ਨਹੀਂ ਕਰੇਗੀ। ਇੰਨਾ ਹੀ ਨਹੀਂ, ਸੰਯੁਕਤ ਰਾਸ਼ਟਰ ਵਿੱਚ ਰੂਸ ਖਿਲਾਫ ਲਿਆਂਦੇ ਮਤੇ ਤੇ ਭਾਰਤ ਨੇ ਹਰ ਵਾਰ ਵੋਟਿੰਗ ਦਾ ਬਾਈਕਾਟ ਕੀਤਾ। ਇਸ ਕਾਰਨ ਯੂਕਰੇਨ ਨੇ ਕਈ ਵਾਰ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਇਸ ਦੇ ਬਾਵਜੂਦ PM ਮੋਦੀ ਨੇ ਯੁੱਧ ਦੀ ਸ਼ੁਰੂਆਤ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨਾਲ ਗੱਲ ਕੀਤੀ ਅਤੇ ਗੱਲਬਾਤ ਰਾਹੀਂ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ। ਰੂਸ ਵੱਲੋਂ ਯੂਕਰੇਨ ਦੇ ਪੂਰਬੀ ਉਦਯੋਗਿਕ ਸੂਬੇ ਲੁਹਾਂਸਕ ਵਿੱਚ ਅਸਥਾਈ ਤੌਰ ਤੇ ਹਮਲੇ ਰੋਕੇ ਜਾਣ ਦੀਆਂ ਖਬਰਾਂ ਦਰਮਿਆਨ ਸਥਾਨਕ ਗਵਰਨਰ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਰੂਸੀ ਫੌਜੀ ਖੇਤਰ ਨੂੰ ਨਰਕ ਬਣਾ ਰਹੇ ਨੇ। ਯੂਕਰੇਨ ਸਰਕਾਰ ਨੇ ਹਮਲੇ ਤੋਂ ਪਹਿਲਾਂ ਦੱਖਣ ਵਿੱਚ ਰੂਸ ਦੇ ਕੰਟਰੋਲ ਵਾਲੇ ਖੇਤਰਾਂ ਦੇ ਨਿਵਾਸੀਆਂ ਨਾਲ ਕਿਸੇ ਵੀ ਹਾਲ ਵਿੱਚ ਇਲਾਕਾ ਛੱਡ ਦੇਣ ਦੀ ਅਪੀਲ ਕੀਤੀ। ਯੂਕਰੇਨ ਦੇ ਪੂਰਬੀ ਅਤੇ ਦੱਖਣੀ ਹਿੱਸੇ ਵਿੱਚ ਰੂਸ ਵੱਲੋਂ ਭਾਰੀ ਬੰਬਾਰੀ ਕੀਤੇ ਜਾਣ ਦੀਆਂ ਖਬਰਾਂ ਹਨ। ਲੁਹਾਂਸਕ ਦੇ ਗਵਰਨਰ ਸੇਰਹੀ ਹਾਯਾਦੀ ਨੇ ਕਿਹਾ ਕਿ ਰੂਸੀ ਫੌਜ ਨੇ ਰਾਤ ਸਮੇਂ ਸੂਬੇ ਵਿੱਚ 20 ਤੋਂ ਜ਼ਿਆਦਾਤਰ ਮੋਰਟਾਰ ਦਾਗੇ ਅਤੇ ਉਸ ਦੀ ਫੌਜ ਦੋਨਤਸਕ ਦੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਰਮਿਆਨ ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੀ ਨੇ ਰੂਸ ਦੇ ਕੰਟਰੋਲ ਵਾਲੇ ਦੇਸ਼ ਦੇ ਦੱਖਣੀ ਹਿੱਸੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਲਦੀ ਤੋਂ ਜਲਦੀ ਇਲਾਕਾ ਛੱਡ ਕੇ ਚਲੇ ਜਾਣ ਨੂੰ ਕਿਹਾ ਤਾਂ ਜੋ ਯੂਕਰੇਨ ਵੱਲੋਂ ਹਮਲੇ ਕੀਤੇ ਜਾਣ ਦੀ ਸਥਿਤੀ ਵਿੱਚ ਰੂਸੀ ਫੌਜੀ ਢਾਲ ਦੇ ਰੂਪ ਵਿੱਚ ਉਹਨਾਂ ਦੀ ਵਰਤੋਂ ਨਾ ਕਰ ਸਕਣ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਤੌਰ ਤੇ ਅਸਤੀਫਾ ਦੇਣ ਦੇ ਲਈ ਸਹਿਮਤ ਹੋਣ ਸੰਬੰਧੀ ਫੈਸਲੇ ਨਾਲ ਯੂਰੋਪੀਅਨ ਯੂਨੀਅਨ ਤੇ ਜ਼ਿਆਦਾ ਪ੍ਰਭਾਵ ਪੈਂਦਾ ਨਹੀਂ ਦਿਖ ਰਿਹਾ। ਜੌਨਸਨ ਦੇ ਅਹੁਦੇ ਛੱਡਣ ਦੇ ਫੈਸਲੇ ਨੂੰ ਲੈ ਕੇ EU ਵਿੱਚ ਜ਼ਿਆਦਾ ਉਤਸ਼ਾਹ ਨਜ਼ਰ ਨਹੀਂ ਆਇਆ। ਫਰਾਂਸੀਸੀ ਵਿੱਤ ਮੰਤਰੀ ਬਰੂਨੋ ਲੇ ਮਾਇਰ ਨੇ ਕਿਹਾ ਕਿ ਮੈਂ ਉਹਨਾਂ ਨੂੰ ਯਾਦ ਨਹੀਂ ਕਰਾਂਗਾ। ਰਾਜਨੇਤਾਵਾਂ ਅਤੇ ਮਾਹਿਰਾਂ ਨੇ ਕਿਹਾ ਕਿ ਜਿਵੇਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਆਉਣ ਤੋਂ ਬਾਅਦ ਤੋਂ ਟ੍ਰਾਂਸ ਅਟਲਾਂਟਿਕ ਸਬੰਧ ਤੇਜ਼ੀ ਨਾਲ ਵਧੇ,
ਉਸ ਤਰ੍ਹਾਂ ਨਵੇਂ ਬ੍ਰਿਟਿਸ਼ ਨੇਤਾ ਨਾਲ ਕੁਝ ਵੀ ਇਸ ਤਰ੍ਹਾਂ ਦੀ ਉਮੀਦ ਨਾ ਕਰਨ। ਬ੍ਰਿਟੇਨ ਨਾਲ ਕੰਮ ਕਰਨ ਵਾਲੇ ਯੂਰੋਪੀਅਨ ਯੂਨੀਅਨ ਦੇ ਮੁੱਖ ਸੰਸਦ ਮੈਂਬਰ ਡੇਵਿਡ ਮੈਕਐਲਿਸਟਰ ਨੇ ਕਿਹਾ ਕਿ ਇੱਕ ਨਵੇਂ ਪ੍ਰਧਾਨ ਮੰਤਰੀ ਦੇ ਆਉਣ ਨਾਲ ਮੈਨੂੰ ਭਰੋਸਾ ਹੈ ਕਿ ਬ੍ਰਿਟਿਸ਼ ਸਰਕਾਰ ਦੀ ਸਥਿਤੀ ਵਿੱਚ ਕੁਝ ਬਦਲਾਅ ਹੋਣ ਦੀ ਸੰਭਾਵਨਾ ਹੈ। EU ਦੇ ਚੋਟੀ ਦੇ ਸੰਸਦ ਮੈਂਬਰ ਜੀ ਵੇਰਹੌਫਟੈਡ ਨੇ ਲਿਖਿਆ ਹੈ ਕਿ ਕੋਈ ਵੀ ਇਸ ਭਰਮ ਵਿੱਚ ਨਾ ਰਹੇ ਕਿ ਡਾਊਨਿੰਗ ਸਟਰੀਟ ਨਾਲ ਜੌਨਸਨ ਦੇ ਜਾਣ ਨਾਲ ਬ੍ਰਿਟਿਸ਼ EU ਸਬੰਧਾਂ 'ਚ ਸਮੱਸਿਆ ਕਿਸੇ ਵੀ ਸਮੇਂ ਹੱਲ ਹੋ ਸਕਦੀ ਹੈ। ਉੱਤਰੀ ਆਇਰਲੈਂਡ ਵਿੱਚ ਵਪਾਰ ਤੇ ਸਮਝੌਤੇ ਨੂੰ ਇੱਕ ਪਾਸੜ ਰੂਪ ਨਾਲ ਖਤਮ ਕਰਨ ਸੰਬੰਧੀ ਬਿੱਲ ਅਜੇ ਵੀ ਹਾਊਸ ਆਫ ਕਾਮਰਸ ਵਿੱਚ ਹੈ ਅਤੇ ਕੁਝ ਉਮੀਦ ਬਾਕੀ ਹੈ ਕਿ ਲੰਡਨ ਇਸ ਤੋਂ ਪਿੱਛੇ ਹਟ ਸਕਦਾ ਹੈ। ਚੈਕ ਗਣਰਾਜ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਜੌਨ ਲਿਪਾਪਸਕੀ ਨੇ ਕਿਹਾ ਕਿ ਸੰਸਦ ਵਿੱਚ ਉਹਨਾਂ ਕੋਲ ਇਹ ਕਾਨੂੰਨ ਹੈ, ਇਸ ਲਈ ਉਹ ਉਸ ਦਿਸ਼ਾ ਵਿੱਚ ਕਦਮ ਚੁੱਕ ਰਹੇ ਨੇ, ਪਰ ਉਹਨਾਂ ਨੇ ਸਰਹੱਦ ਪਾਰ ਨਹੀਂ ਕੀਤੀ ਹੈ। ਸ਼੍ਰੀਲੰਕਾ ਵਿੱਚ ਹਾਲਾਤ ਹੋਰ ਖਰਾਬ ਹੁੰਦੇ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋਣ ਤੋਂ ਬਾਅਦ ਹੁਣ PM ਰਿਹਾਇਸ਼ ਤੇ ਅੱਗ ਲਗਾ ਦਿੱਤੀ ਹੈ। ਦੱਸ ਦਈਏ ਕਿ ਰਾਸ਼ਟਰਪਤੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਰਾਸ਼ਟਰਪਤੀ ਭਵਨ ਦੇ ਅੱਗੇ ਲੱਗੇ ਪੁਲਿਸ ਬੈਰੀਕੇਡਸ ਨੂੰ ਤੋੜ ਦਿੱਤਾ ਅਤੇ ਅੰਦਰ ਦਾਖਲ ਹੋ ਗਏ। ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦਰਮਿਆਨ ਹੋਈ ਝੜਪ ਵਿੱਚ 2 ਪੁਲਿਸ ਮੁਲਾਜ਼ਮ ਸਮੇਤ ਘੱਟੋ-ਘੱਟ 30 ਲੋਕ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਹੈ। ਵਿਕਰਮਸਿੰਘੇ ਨੇ ਅਸਤੀਫਾ ਦਿੰਦੇ ਹੋਏ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਯਕੀਨਨ ਕਰਨ ਲਈ ਉਹਨਾਂ ਨੇ ਇਹ ਫੈਸਲਾ ਲਿਆ ਹੈ। ਰਿਪੋਰਟਾਂ ਮੁਤਾਬਿਕ ਰਾਸ਼ਟਰਪਤੀ ਰਾਜਪਕਸ਼ੇ ਸੁਰੱਖਿਅਤ ਥਾਂ ਉੱਤੇ ਚਲੇ ਗਏ ਹਨ। ਹਾਲਾਂਕਿ ਰਾਸ਼ਟਰਪਤੀ ਕਿੱਥੇ ਹਨ, ਇਸ ਬਾਰੇ ਅਜੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ। ਕੋਲੰਬੋ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਮੁਜ਼ਾਹਕਾਰੀਆਂ ਨੂੰ ਰੋਕਣ ਲਈ ਫੌਜ ਤਾਇਨਾਤ ਕੀਤੀ ਗਈ ਹੈ। ਸ਼੍ਰੀਲੰਕਾ ਵਿੱਚ ਵੱਧਦੀਆਂ ਕੀਮਤਾਂ ਅਤੇ ਜ਼ਰੂਰੀ ਸਮਾਨ ਦੀ ਕਮੀ ਦੇ ਵਿਰੋਧ ਵਿੱਚ ਲੰਮੇ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਜਾਰੀ ਹੈ। ਸੜਕਾਂ ਉੱਤੇ ਉਤਰੇ ਮੁਜ਼ਾਹਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ। ਮੁਜ਼ਾਹਰੇ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਕਈ ਹਿੱਸਿਆਂ ਤੋਂ ਲੋਕ ਕੋਲੰਬੋ ਪਹੁੰਚੇ ਹਨ। ਮੁਜ਼ਾਹਰਾਕਾਰੀ ਰਾਸ਼ਟਰਪਤੀ ਰਾਜਪਕਸ਼ੇ ਤੋਂ ਅਸਤੀਫਾ ਦੇਣ ਦੀ ਮੰਗ ਕਰ ਰਹੇ ਹਨ। ਚੀਨ ਨੇ ਅਮਰੀਕਾ ਦੇ ਨਾਲ ਜੁਆਇੰਟ ਚੀਫਸ ਆਫ ਸਟਾਫ ਦੀ ਇੱਕ ਵਰਚੁਅਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤਾ ਕਿ ਅਮਰੀਕਾ ਨੂੰ ਤਾਈਵਾਨ ਨਾਲ ਫੌਜੀ ਮਿਲੀਭੁਗਤ ਬੰਦ ਕਰਨੀ ਚਾਹੀਦੀ ਹੈ, ਜਿਸ ਨਾਲ ਦੋਵਾਂ ਦੇ ਸਬੰਧ ਤੇਜ਼ੀ ਨਾਲ ਵਿਗੜ ਸਕਦੇ ਨੇ। ਉਸ ਨੇ ਇੱਕ ਅਮਰੀਕੀ ਸੈਨੇਟਰ ਅਤੇ ਤਾਈਵਾਨ ਦੇ ਰਾਸ਼ਟਰਪਤੀ ਸ਼ਾਈ ਇੰਗ-ਵੇਨ ਵਿਚਕਾਰ ਹਾਲ ਹੀ ਵਿੱਚ ਹੋਈ ਮੁਲਾਕਾਤ ਵੱਲ ਵੀ ਇਸ਼ਾਰਾ ਕੀਤਾ। ਜਨਰਲ ਲੂਈ ਜ਼ਿਊ ਚੇਂਗ ਨੇ ਵੀਰਵਾਰ ਨੂੰ ਆਪਣੇ ਅਮਰੀਕੀ ਹਮਰੁਤਬਾ ਜਨਰਲ ਮਾਰਕ ਮਿਲੀ ਨੂੰ ਕਿਹਾ ਕਿ ਚੀਨ ਕੋਲ ਸਵੈ ਸ਼ਾਸਨ ਤਾਈਵਾਨ ਸਮੇਤ ਆਪਣੇ ਮੁੱਖ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਤੇ ਸਮਝੌਤੇ ਦੀ ਕੋਈ ਥਾਂ ਨਹੀਂ ਹੈ। ਬੀਜਿੰਗ ਇਸ ਨੂੰ ਆਪਣੇ ਖੇਤਰ ਦੇ ਤੌਰ ਤੇ ਦਾਅਵਾ ਕਰਦਾ ਹੈ ਅਤੇ ਕਹਿੰਦਾ ਰਿਹਾ ਕਿ ਜੇ ਲੋੜ ਪਈ ਤਾਂ ਇਸ ਨੂੰ ਤਾਕਤ ਨਾਲ ਜੋੜਿਆ ਜਾਵੇਗਾ। ਲੀ ਨੇ ਕਿਹਾ ਕਿ ਚੀਨ ਅਮਰੀਕਾ ਨੂੰ ਤਾਕੀਦ ਕਰਦਾ ਹੈ ਕਿ ਉਹ ਇਤਿਹਾਸ ਨੂੰ ਉਲਟਣਾ ਬੰਦ ਕਰੇ, ਤਾਈਵਾਨ ਨਾਲ ਫੌਜੀ ਮਿਲੀਭੁਗਤ ਤੋਂ ਬਚੇ। ਇਹ ਅਮਰੀਕਾ ਚੀਨ ਸਬੰਧਾਂ ਅਤੇ ਤਾਈਵਾਨ ਸਟ੍ਰੇਟ ਵਿੱਚ ਸਥਿਰਤਾ ਲਈ ਜ਼ਰੂਰੀ ਹੈ। ਇਸ ਦੇ ਨਾਲ ਹੀ ਲੀ ਨੇ ਇੱਕ ਪਰਦਾ ਚੇਤਾਵਨੀ ਜਾਰੀ ਕੀਤੀ ਕਿ ਚੀਨੀ ਫੌਜ ਰਾਸ਼ਟਰੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਮਜ਼ਬੂਤੀ ਨਾਲ ਰੱਖਿਆ ਕਰੇਗੀ। ਜੇਕਰ ਕੋਈ ਇਸ ਵਿੱਚ ਦਖਲਅੰਦਾਜ਼ੀ ਕਰਦਾ ਹੈ ਤਾਂ ਚੀਨ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਹ ਮੀਟਿੰਗ ਚੀਨੀ ਰੱਖਿਆ ਮੰਤਰੀ ਵੇਈ ਫੇਂਗੇ ਵੱਲੋਂ ਪਿਛਲੇ ਮਹੀਨੇ ਇੱਕ ਖੇਤਰੀ ਸੁਰੱਖਿਆ ਸੰਮੇਲਨ ਵਿੱਚ ਕੀਤੀ ਗਈ ਤਿੱਖੀ ਟਿੱਪਣੀ ਤੋਂ ਬਾਅਦ ਹੋਈ, ਜਿਸ ਵਿੱਚ ਅਮਰੀਕੀ ਰੱਖਿਆ ਸਕੱਤਰ ਲਾਇਡ ਆਸਟਿਨ ਵੀ ਮੌਜੂਦ ਸਨ। ਚੀਨ ਨੇ ਕਿਹਾ ਕਿ ਅਮਰੀਕਾ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਵਿੱਚ ਆਪਣਾ ਸਮਰਥਨ ਵਧਾਉਣ ਲਈ ਉਹਨਾਂ ਨੂੰ ਬੀਜਿੰਗ ਦੇ ਖਿਲਾਫ ਭੜਕਾ ਰਿਹਾ ਹੈ। ਸ਼੍ਰੀਲੰਕਾ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ। ਅਜਿਹੇ ਵਿੱਚ ਭਾਰਤ ਦੀ ਚਿੰਤਾ ਵਧਣੀ ਸੁਭਾਵਿਕ ਹੈ। ਭਾਰਤ ਦੀ ਚਿੰਤਾ ਇਸ ਗੱਲ ਨੂੰ ਲੈ ਕੇ ਵੀ ਸੁਭਾਵਿਕ ਹੈ ਕਿ ਸ਼੍ਰੀਲੰਕਾ ਭਾਰਤ ਦਾ ਭੂਗੋਲਿਕ ਤੌਰ ਤੇ ਗੁਆਂਢੀ ਦੇਸ਼ ਹੈ, ਜਿਸ ਨੂੰ ਬਦਲਣਾ ਸੰਭਵ ਨਹੀਂ ਹੈ। ਅਜਿਹੇ ਵਿੱਚ ਜੇਕਰ ਸ਼੍ਰੀਲੰਕਾ 'ਚ ਹਾਲਾਤ ਨਾ ਸੁਧਰੇ ਤਾਂ ਭਾਰਤ ਦੀ ਸੁਰੱਖਿਆ ਵੀ ਖਤਰੇ ਵਿੱਚ ਪੈ ਸਕਦੀ ਹੈ। ਜੇਕਰ ਸ਼੍ਰੀਲੰਕਾ ਦੇ ਤਾਜ਼ਾ ਹਾਲਾਤ ਦੀ ਗੱਲ ਕਰੀਏ ਤਾਂ ਉੱਥੇ ਸਿਆਸੀ ਅਸਥਿਰਤਾ ਅਜੇ ਖਤਮ ਨਹੀਂ ਹੋਈ। ਸਰਕਾਰ ਦੀ ਲਗਾਤਾਰ ਨਾਕਾਮੀ ਅਤੇ ਦੇਸ਼ ਦੀ ਵਿਗੜ ਰਹੀ ਹਾਲਤ ਤੋਂ ਗੁੱਸੇ ਵਿੱਚ ਲੋਕ ਸੜਕਾਂ ਤੇ ਉਤਰ ਆਏ ਨੇ। ਜਨਤਾ ਦੇ ਗੁੱਸੇ ਨੂੰ ਦੇਖਦੇ ਹੋਏ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੂੰ ਵੀ ਆਪਣੀ ਰਿਹਾਇਸ਼ ਛੱਡ ਕੇ ਪਰਿਵਾਰ ਸਮੇਤ ਭੱਜਣਾ ਪਿਆ। ਇਸ ਤੋਂ ਪਹਿਲਾਂ ਉਹਨਾਂ ਦੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੂੰ ਵੀ ਇਸੇ ਤਰ੍ਹਾਂ ਆਪਣੇ ਘਰੋਂ ਭੱਜਣਾ ਪਿਆ ਸੀ। ਪ੍ਰਦਰਸ਼ਨਕਾਰੀਆਂ ਨੇ ਉਸ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ ਸੀ। ਇਸ ਵਾਰ ਵੀ ਅਜਿਹਾ ਹੀ ਹੋਇਆ। ਇਹ ਘਟਨਾਕ੍ਰਮ ਇਸ ਲਈ ਵੀ ਖਾਸ ਹੈ ਕਿਉਂਕਿ ਸ਼ੁੱਕਰਵਾਰ ਨੂੰ ਹੀ ਸ਼੍ਰੀਲੰਕਾ ਦੇ ਚਰਚ ਆਫ ਸੀਲੋਨ ਨੇ ਕਿਹਾ ਕਿ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੂੰ ਦੇਸ਼ ਦੀ ਦੁਰਦਸ਼ਾ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇ ਦੇਣਾ ਚਾਹੀਦਾ ਹੈ। ਚਰਚ ਆਫ ਸੀਲੋਨ ਨੇ ਇੱਕ ਬਿਆਨ ਵਿੱਚ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਅਜਿਹਾ ਕਰਨ ਲਈ ਕਿਹਾ। ਤੁਹਾਨੂੰ ਦੱਸ ਦਈਏ ਕਿ ਸ਼੍ਰੀਲੰਕਾ ਤੇ $51 ਅਰਬ ਦਾ
ਵਿਦੇਸ਼ੀ ਕਰਜ਼ਾ ਹੈ। ਉਹ ਪਹਿਲਾਂ ਹੀ ਇਹ ਕਰਜ਼ਾ ਮੋੜਨ ਤੋਂ ਅਸਮਰਥਤਾ ਪ੍ਰਗਟ ਕਰ ਚੁੱਕਾ ਹੈ। ਅਜਿਹੇ ਵਿੱਚ ਉਸ ਦੀ ਉਮੀਦ ਸਿਰਫ ਅੰਤਰਰਾਸ਼ਟਰੀ ਮੁਦਰਾ ਫੰਡ ਤੇ ਟਿਕੀ ਹੋਈ ਹੈ। ਇਸ ਸੰਬੰਧੀ ਸਰਕਾਰ ਦੇ ਪੱਖ ਤੋਂ ਵੀ ਗੱਲਬਾਤ ਚੱਲ ਰਹੀ ਹੈ, ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਸ਼੍ਰੀਲੰਕਾ ਦੀ ਮੌਜੂਦਾ ਸਥਿਤੀ ਵਿੱਚ ਇਸ ਨੂੰ ਘਰੇਲੂ ਯੁੱਧ ਵੱਲ ਲੈ ਕੇ ਜਾ ਰਹੀ ਹੈ। ਜੇਕਰ ਹਾਲਾਤ ਨਾ ਸੁਧਰੇ ਤਾਂ ਦੇਸ਼ ਵਿੱਚ ਫੈਲੀ ਹਿੰਸਾ ਇਸ ਪੂਰੇ ਖੇਤਰ ਨੂੰ ਅਸਥਿਰ ਕਰ ਦੇਵੇਗੀ। ਉਸ ਸਮੇਂ ਇੱਥੋਂ ਦੀ ਸਥਿਤੀ ਸੋਮਾਲੀਆ ਵਰਗੇ ਹੋਰ ਦੇਸ਼ਾਂ ਵਰਗੀ ਵੀ ਹੋ ਸਕਦੀ ਹੈ। ਸੋਮਾਲੀਆ ਵਰਗੇ ਹੋਰ ਮੁਲਕਾਂ ਵਿੱਚ ਕਹਿਣ ਨੂੰ ਤਾਂ ਸਰਕਾਰ ਹੈ, ਪਰ ਉੱਥੋਂ ਦੀ ਮਾੜੀ ਆਰਥਿਕ ਵਿਵਸਥਾ ਕਾਰਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਅਜਿਹੇ ਵਿੱਚ ਜਿੱਥੇ ਖਾਣ ਪੀਣ ਦੀ ਕਮੀ ਹੋਵੇਗੀ, ਉੱਥੇ ਕਤਲ, ਲੁੱਟ ਖੋਹ, ਆਗਜ਼ਨੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਵੇਗਾ। ਚਰਚ ਆਫ ਸਿਲੋਨ ਨੇ ਵੀ ਆਪਣੇ ਬਿਆਨ ਵਿੱਚ ਇਸ ਗੱਲ ਦਾ ਸੰਕੇਤ ਦਿੱਤਾ ਹੈ। ਉੱਥੇ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੀਲੰਕਾ ਵਿੱਚ ਡੀਜ਼ਲ, ਪੈਟਰੋਲ ਅਤੇ ਜ਼ਰੂਰੀ ਦਵਾਈਆਂ ਵਰਗੀਆਂ ਜ਼ਰੂਰੀ ਵਸਤਾਂ ਦੀ ਵੀ ਭਾਰੀ ਕਮੀ ਹੈ। ਅਜਿਹੀਆਂ ਖਬਰਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਨੇ, ਜਿਨ੍ਹਾਂ ਵਿੱਚ ਦੁਕਾਨਾਂ ਅਤੇ ਮਾਲਜ਼ ਨੂੰ ਲੁੱਟਣ ਦਾ ਜ਼ਿਕਰ ਮੌਜੂਦ ਹੈ। ਦੇਸ਼ ਵਿੱਚ ਪੁਲਿਸ ਕਰਮਚਾਰੀ ਦਾ ਮੁਲਾਂਕਣ ਕੀਤਾ ਗਿਆ। ਸਾਲ 2010 ਅਤੇ 2020 ਦਰਮਿਆਨ ਦੇਸ਼ ਦੇ ਕਰਮਚਾਰੀਆਂ ਵਿੱਚ 32% ਮੁਲਾਜ਼ਮ ਵਧੇ ਹਨ, ਜਿਸ ਵਿੱਚ ਔਰਤਾਂ ਦੀ ਹਿੱਸੇਦਾਰੀ ਸਿਰਫ 10.5% ਹੈ, ਜਦਕਿ ਦੇਸ਼ ਦੇ 41% ਪੁਲਿਸ ਥਾਣੇ ਅਜਿਹੇ ਹਨ ਜਿੱਥੇ ਇੱਕ ਵੀ ਮਹਿਲਾ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੈ। ਸੁਪਰੀਮ ਕੋਰਟ ਵੱਲੋਂ ਸਾਰੇ ਪੁਲਿਸ ਥਾਣਿਆਂ ਵਿੱਚ CCTV ਕੈਮਰੇ ਲਗਾਉਣ ਲਾਜ਼ਮੀ ਕਰ ਦਿੱਤੇ ਨੇ। ਇਸ ਤਰ੍ਹਾਂ ਹਰ 3 ਤੋਂ 1 ਪੁਲਿਸ ਥਾਣੇ ਵਿੱਚ ਇੱਕ ਵੀ ਕੈਮਰਾ ਨਹੀਂ ਲੱਗਾ ਹੋਇਆ। ਦੀ ਇੰਡੀਆ ਜਸਟਿਸ ਰਿਪੋਰਟ ਪੁਲਿਸ ਇੰਪਰੂਵਮੈਂਟ ਸ਼ਾਰਟਫਾਲ ਐਂਡ ਨੈਸ਼ਨਲ ਟ੍ਰੇਡਰਸ ਐਂਡ ਆਨਲਾਈਨਸ ਆਫ ਡਾਟਾ ਔਨ ਪੁਲਿਸ ਆਰਗੇਨਾਈਜੇਸ਼ਨਸ 2021 ਦੇ ਮੁਤਾਬਿਕ ਦੇਸ਼ ਦੇ ਕੁੱਲ 17,233 ਪੁਲਿਸ ਥਾਣਿਆਂ ਵਿੱਚੋਂ 5,396 ਵਿੱਚ ਇੱਕ ਵੀ CCTV ਕੈਮਰਾ ਨਹੀਂ ਹੈ ਅਤੇ ਸਿਰਫ ਓਡੀਸ਼ਾ, ਤੇਲੰਗਾਨਾ ਅਤੇ ਪੌਂਡੀਚੇਰੀ ਵਿੱਚ ਵੀ ਉਹਨਾਂ ਦਾ ਸਾਰੇ ਪੁਲਿਸ ਥਾਣਿਆਂ ਵਿੱਚ ਘੱਟੋ-ਘੱਟ ਇੱਕ ਕੈਮਰਾ ਲੱਗਾ ਹੋਇਆ ਹੈ। ਰਿਪੋਰਟ ਮੁਤਾਬਿਕ ਰਾਜਸਥਾਨ ਦੇ 894 ਪੁਲਿਸ ਥਾਣਿਆਂ ਵਿੱਚ ਘੱਟ ਤੋਂ ਘੱਟ ਇੱਕ ਕੈਮਰਾ ਲੱਗਾ ਹੋਇਆ, ਜਦਕਿ ਮਣੀਪੁਰ, ਲੱਦਾਖ ਅਤੇ ਲਕਸ਼ਦੀਪ ਵਿੱਚ ਕਿਸੇ ਵੀ ਥਾਣੇ ਵਿੱਚ CCTV ਕੈਮਰਾ ਨਹੀਂ ਲੱਗਾ ਹੋਇਆ। ਰਿਪੋਰਟ ਮੁਤਾਬਿਕ ਦੇਸ਼ ਵਿੱਚ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਹਿੱਸੇਦਾਰੀ ਸਿਰਫ 10.5% ਹੈ, ਜਦਕਿ ਇਸ ਨੂੰ 33% ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ ਗਿਆ। ਰਾਸ਼ਟਰੀ ਪੱਧਰ ਤੇ ਦੇਸ਼ ਵਿੱਚ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਹਿੱਸੇਦਾਰੀ 3.3% ਤੋਂ ਵਧਾ ਕੇ 10.5% ਕਰਨ ਵਿੱਚ 2006 ਤੋਂ 2020 ਤੱਕ 15 ਸਾਲ ਲੱਗ ਗਏ ਅਤੇ 2020 ਤੱਕ ਕੋਈ ਵੀ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੇ ਲਈ ਨਿਰਧਾਰਿਤ ਟੀਚੇ ਤੱਕ ਨਹੀਂ ਪਹੁੰਚ ਸਕਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਦੇਸ਼ ਦੇ ਲੋਕਾਂ ਨੂੰ ਈਦ ਉਲ ਅਜ਼ਹਾ ਬਕਰੀਦ ਦੀ ਵਧਾਈ ਦਿੱਤੀ। ਉਹਨਾਂ ਉਮੀਦ ਜਤਾਈ ਕਿ ਇਹ ਤਿਉਹਾਰ ਸਾਰਿਆਂ ਦੀ ਭਲਾਈ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਪ੍ਰੇਰਣਾ ਦੇਵੇ ਅਤੇ ਖੁਸ਼ਹਾਲੀ ਲਿਆਵੇ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ਈਦ ਮੁਬਾਰਕ, ਈਦ ਉਲ ਅਜ਼ਹਾ ਦੀ ਵਧਾਈ। ਇਹ ਤਿਉਹਾਰ ਸਾਡੇ ਸਾਰਿਆਂ ਦੀ ਭਲਾਈ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਪ੍ਰੇਰਣਾ ਦੇਵੇ ਅਤੇ ਖੁਸ਼ਹਾਲੀ ਲਿਆਵੇ। ਪ੍ਰਧਾਨ ਮੰਤਰੀ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਤਿਉਹਾਰ ਬਲੀਦਾਨ ਅਤੇ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਹੈ। ਆਓ ਇਸ ਮੌਕੇ ਤੇ ਮਨੁੱਖ ਜਾਤੀ ਦੀ ਸੇਵਾ ਲਈ ਖੁਦ ਨੂੰ ਸਮਰਪਿਤ ਕਰਨ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਕੰਮ ਕਰਨ ਦਾ ਸੰਕਲਪ ਲਈਏ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਸਾਰਿਆਂ ਨੂੰ ਬਕਰੀਦ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਟਵਿੱਟਰ ਤੇ ਲਿਖਿਆ, ਇਹ ਪਾਵਨ ਮੌਕਾ ਸਾਰਿਆਂ ਲਈ ਏਕਤਾ ਦੀ ਭਾਵਨਾ ਅਤੇ ਸਾਰਿਆਂ ਲਈ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਲਿਆਵੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਸ਼ਨੀਵਾਰ ਯਾਨੀ ਕਿ ਅੱਜ ਜੈਪੁਰ ਦੇ ਇੱਕ ਹੋਟਲ ਵਿੱਚ ਸਖਤ ਸੁਰੱਖਿਆ ਦਰਮਿਆਨ ਉੱਤਰੀ ਖੇਤਰੀ ਪਰਿਸ਼ਦ ਦੀ ਬੈਠਕ ਚੱਲ ਰਹੀ ਹੈ। ਇਸ ਬੈਠਕ ਵਿੱਚ ਹਰਿਆਣਾ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਐਲਾਨ ਕੀਤਾ ਕਿ ਹਰਿਆਣਾ ਦੇ ਵਿਧਾਨ ਸਭਾ ਲਈ ਚੰਡੀਗੜ੍ਹ ਵਿੱਚ ਵਾਧੂ ਜ਼ਮੀਨ ਦਿੱਤੀ ਜਾਵੇਗੀ। ਦਰਅਸਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਕੀਤੀ ਗਈ ਅਪੀਲ ਤੇ ਕੇਂਦਰ ਸਰਕਾਰ ਨੇ ਹਰਿਆਣੇ ਨੂੰ ਵੱਡੀ ਸੌਗਾਤ ਦਿੱਤੀ ਹੈ। ਗ੍ਰਹਿ ਮੰਤਰੀ ਦੇ ਇਸ ਐਲਾਨ ਨਾਲ ਹੁਣ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਹੋਵੇਗੀ। ਇਸ ਬਾਬਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਲਿਖਿਆ ਕਿ ਹਰਿਆਣਾ ਵਿਧਾਨ ਸਭਾ ਲਈ ਵੱਖਰੇ ਭਵਨ ਦੀ ਸਾਡੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਅਮਿਤ ਸ਼ਾਹ ਨੇ ਚੰਡੀਗੜ੍ਹ ਵਿੱਚ ਵਿਧਾਨ ਸਭਾ ਲਈ ਵਾਧੂ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ। ਮੈਂ ਸਾਰੇ ਹਰਿਆਣਾ ਵਾਸੀਆਂ ਵੱਲੋਂ ਗ੍ਰਹਿ ਮੰਤਰੀ ਦਾ ਦਿਲੋਂ ਧੰਨਵਾਦ ਕਰਦਾ। ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਪਹਿਲਾਂ ਹੀ ਚੰਡੀਗੜ੍ਹ ਵਿੱਚ ਜ਼ਮੀਨ ਦੀ ਨਿਸ਼ਾਨਦੇਹੀ ਕਰ ਚੁੱਕੀ ਹੈ। ਰੇਲਵੇ ਲਾਈਟ ਪੁਆਇੰਟ ਤੋਂ IET ਪਾਰਕ ਤੱਕ ਹੋਣ ਵਾਲੀ ਮੌਜੂਦਾ ਜ਼ਮੀਨ ਵੀ UT ਪ੍ਰਸ਼ਾਸਨ ਵੱਲੋਂ ਦੇਣ ਲਈ ਤਿਆਰ ਹੈ। ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਐਲਾਨ ਤੋਂ ਬਾਅਦ ਜ਼ਮੀਨ ਅਲਾਟਮੈਂਟ ਵਿੱਚ ਤੇਜ਼ੀ ਆਵੇਗੀ।
ਹਰਿਆਣਾ ਨੂੰ ਚੰਡੀਗੜ੍ਹ ਨਾਲ ਲੱਗਦੇ ਖੇਤਰ ਵਿੱਚ ਜ਼ਮੀਨ ਦੇ ਬਦਲੇ ਜ਼ਮੀਨ ਜਾਂ 550 ਕਰੋੜ ਰੁਪਏ ਦੇਣੇ ਪੈਣਗੇ। ਸਿੱਧੂ ਮੂਸੇਵਾਲਾ ਕਤਲकांड ਵਿੱਚ ਪੁਲਿਸ ਨੇ ਫਰਾਰ ਚੱਲ ਰਹੇ ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੂਸੇਵਾਲਾ ਕਤਲकांड ਵਿੱਚ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਲਈ ਵਰਤੀ ਗਈ ਗੱਡੀ ਦੇ ਗ੍ਰਿਫਤਾਰ ਕੀਤੇ ਗਏ ਮਾਲਕ ਦੇ ਘੋੜਿਆਂ ਦੇ ਵਪਾਰੀ ਸਤਬੀਰ ਸਿੰਘ ਦੇ ਪਰਿਵਾਰ ਨੇ ਇਹ ਦੋਸ਼ ਲਗਾਏ ਸਨ ਕਿ ਸਤਬੀਰ ਨੇ ਸੰਦੀਪ ਦੇ ਕਹਿਣ ਤੇ ਹੀ 3 ਲੋਕਾਂ ਨੂੰ ਲਿਫਟ ਦਿੱਤੀ ਸੀ। ਇਸੇ ਗੱਡੀ ਦੀ ਪੈਟਰੋਲ ਪੰਪ ਤੇ ਆਈ ਫੁਟੇਜ ਦੇ ਆਧਾਰ ਤੇ ਸਤਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੰਦੀਪ ਕਾਹਲੋਂ ਇੱਕ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਦੱਸਿਆ ਜਾ ਰਿਹਾ ਹੈ ਅਤੇ ਲੁਧਿਆਣਾ ਪੁਲਿਸ ਵੱਲੋਂ ਸੰਦੀਪ ਦੀ ਗ੍ਰਿਫਤਾਰੀ ਲਈ ਉਸ ਦੇ ਘਰ ਪਿੰਡ ਦਾਦੂ ਜੋੜ ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ਵਿੱਚ ਰੇਡ ਕੀਤੀ ਜਾ ਰਹੀ ਸੀ। ਲੁਧਿਆਣਾ ਪੁਲਿਸ ਦੇ CIA ਸਟਾਫ ਦੀ ਇੰਚਾਰਜ ਬੇਅੰਤ ਜਨੂਜਾ ਦੀ ਟੀਮ ਨੇ FIR ਨੰਬਰ 139/22 ਅੰਡਰ ਸੈਕਸ਼ਨ 25/54/59 ਦੇ ਤਹਿਤ ਬਾੜੇਵਾਲ ਕਨਾਲ ਦੇ ਨੇੜਿਓਂ ਸੰਦੀਪ ਕਾਹਲੋਂ ਨੂੰ ਗ੍ਰਿਫਤਾਰ ਕੀਤਾ ਅਤੇ ਅਦਾਲਤ ਵਿੱਚ ਪੁਲਿਸ ਰਿਮਾਂਡ ਲਈ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਨੂੰ ਲੈ ਕੇ ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ। ਉਸਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਮੰਨਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ 1 ਕਰੋੜ ਰੁਪਏ ਵਿੱਚ ਸੌਦਾ ਹੋਇਆ ਸੀ ਅਤੇ ਇਸ ਦੇ ਨਾਲ ਹੀ ਹਰੇਕ ਸ਼ਾਰਪ ਸ਼ੂਟਰ ਨੂੰ 5-5 ਲੱਖ ਰੁਪਏ ਦਿੱਤੇ ਗਏ ਸਨ। ਇਸ ਤੋਂ ਇਲਾਵਾ ਰੇਕੀਕਰਨ ਅਤੇ ਹੋਰ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਹਜ਼ਾਰਾਂ ਰੁਪਏ ਦਿੱਤੇ ਗਏ ਸਨ। ਪ੍ਰਿਯਵਰਤ ਫੌਜੀ ਅਤੇ ਕਸ਼ਿਸ਼ ਤੋਂ ਪੁੱਛਗਿੱਛ ਦੌਰਾਨ ਇਹ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਹੁਣ ਤੱਕ 3 ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਵਿੱਚ ਪ੍ਰਿਯਵਰਤ ਫੌਜੀ, ਕੁਲਦੀਪ ਉਰਫ ਕਸ਼ਿਸ਼ ਅਤੇ ਅੰਕਿਤ ਸਿਰਸਾ ਸ਼ਾਮਿਲ ਹਨ। ਦਿੱਲੀ ਦੇ ਸਪੈਸ਼ਲ ਪੁਲਿਸ ਸੈੱਲ ਨੇ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਦਾ ਕਤਲ 6 ਸ਼ਾਰਪ ਸ਼ੂਟਰਾਂ ਵੱਲੋਂ ਕੀਤਾ ਗਿਆ ਹੈ। ਪ੍ਰਿਯਵਰਤ ਅਤੇ ਕਸ਼ਿਸ਼ ਨੂੰ ਪੰਜਾਬ ਪੁਲਿਸ ਵੱਲੋਂ ਪੰਜਾਬ ਲਿਆਂਦਾ ਗਿਆ ਹੈ, ਜੋ ਕਿ ਇਸ ਸਮੇਂ ਰਿਮਾਂਡ ਤੇ ਨੇ। ਰਿਮਾਂਡ ਦੌਰਾਨ ਸ਼ੂਟਰਾਂ ਵੱਲੋਂ ਲਗਾਤਾਰ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ। ਇਸ ਕਤਲकांड ਵਿੱਚ ਵਰਤੇ ਗਏ ਹਥਿਆਰਾਂ ਦੀ ਬਰਾਮਦਗੀ ਲਈ ਵੀ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਕਿ ਇਹ ਹਥਿਆਰ ਕਿੱਥੋਂ ਆਏ ਸਨ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।